हरख सोग जाके नहीं बैरी मीत समान। कहो नानक सुन रे मना तह मूरत भगवान। ਜਿਹੜੇ ਵਾਸਤਵਿਕ ਦੇ ਵਿੱਚ ਉਸ ਖੁਸ਼ੀ ਨੂੰ ਉਸ ਆਨੰਦ ਨੂੰ ਪ੍ਰਾਪਤ ਹੋ ਗਏ ਸਨ ਨਾ, ਜਿਹੜਾ ਸਥਾਈ ਹੈ, ਤਾਂ ਉਹਨਾਂ ਨੇ ਕਿਹਾ ਸੀ ਵੀ ਇਹ ਜਿਹੜੇ ਬਾਹਰੀ ਹਨ, ਸੁੱਖ ਦੁੱਖ ਖੁਸ਼ੀ ਗਰਮੀ, ਇਹਨਾਂ ਦੋਵਾਂ ਨੂੰ ਹੀ ਛੱਡਣਾ ਹੈ। सुख दुख जो है पर से ना है। जो नर दुख में दुख नहीं माने। सुख स्नेह और पै नहीं जागे। कहते जिदा सुख दे नाल स्नेह नहीं है, लगाव नहीं है, उसके अंदर पै भी नहीं हुंदा, क्योंकि डर भी नहीं होवेगा ना। डर तो यहो ही है भी खुशी खिसक ना जाए, सुख खिसक ना जाए, निकल ना जाए, पकड़ पकड़ के रखदा आदमी। तो जिन्हों चाह ही नहीं है खुशी की, सुख की, ਉਹਦੇ अंदर डर भी नहीं ਹੁੰਦਾ। तो उन्होंने ये दोवें त्यागण वास्ते किया है बाहर। तो ਜਿਹੜਾ ਦੋਵਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ, ਨਾ ਹੀ ਸੰਸਾਰ ਵਿੱਚ ਖੁਸ਼ੀ ਚਾਹੁੰਦਾ ਹੈ, ਤੇ ਜਿਹੜਾ ਖੁਸ਼ੀ ਚਾਹੁੰਦਾ ਹੈ ਬਾਹਰ ਸੰਸਾਰ ਦੇ ਵਿੱਚ, ਉਹੋ ਹੀ ਤਾਂ ਸੰਸਾਰ ਦੇ ਨਾਲ ਲੱਗਾ ਹੋਇਆ ਹੈ, ਜੁੜਿਆ ਹੋਇਆ। ਤਾਂ ਉਹਨੂੰ ਹੀ ਹਟਣ ਵਾਸਤੇ ਕਿਹਾ ਗਿਆ ਹੈ ਵੀ ਸੰਸਾਰ ਦੇ ਵਿੱਚ ਖੁਸ਼ੀ ਨਾ ਲੱਭ, ਸੰਸਾਰ ਦੇ ਵਿੱਚ ਸੁੱਖ ਨਾ ਲੱਭ। ਕਬੀਰ ਜੀ ਕਹਿੰਦੇ ਨੇ, ਸੁੱਖ ਮੰਗਤ ਦੁੱਖ ਆਗ ਲਿਆਵੇ, ਸੋ ਸੁੱਖ ਹਮਹੂ ਨਾ ਮੰਗਿਆ ਪਾ। ਤੇ ਸੁੱਖ ਦੇ ਪਿੱਛੇ ਦੁੱਖ ਆਉਂਦਾ ਹੈ, ਦਿਨ ਦੇ ਪਿੱਛੇ ਰਾਤ ਆਉਂਦੀ, ਜਨਮ ਦੇ ਪਿੱਛੇ ਮੌਤ ਆਉਂਦੀ ਹੈ ਨਾ। ਇੱਕੋ ਚੀਜ਼ ਨੂੰ ਤਾਂ ਨਹੀਂ ਬਚਾ ਸਕਦੇ ਤੁਸੀਂ ਵੀ ਖੁਸ਼ੀ ਹੀ ਖੁਸ਼ੀ, ਜਨਮ ਹੀ ਜਨਮ ਹੋਵੇ, ਨਹੀਂ, ਮੌਤ ਵੀ ਆਵੇ, ਦੁੱਖ ਵੀ ਆਵੇ, ਗਮੀ ਵੀ ਆਵੇ, ਟਾਲ ਨਹੀਂ ਸਕਦਾ ਬੰਦਾ। ਹਾਂ, ਬਾਹਰੋਂ ਪ੍ਰਗਟਾਵਾ ਕਰਦਾ ਰਹੇ ਅੰਤ ਸਮੇਂ ਤੱਕ ਤੇ ਵੱਖਰੀ ਗੱਲ, ਪਰ ਇੱਕ ਪਹਿਲੂ ਨਹੀਂ ਬਚਾਇਆ ਜਾ ਸਕਦਾ। ਤੇ ਸਤਿਪੁਰਸ਼ ਕਹਿੰਦੇ ਹਨ, ਦੋਵਾਂ ਨੂੰ ਛੱਡ ਦਿਓ। ਨਾ ਤਾਂ ਸੰਸਾਰ ਵਿੱਚ ਖੁਸ਼ੀ ਚਾਹੋ, ਖੁਸ਼ੀ ਦੀ ਚਾਹਤ ਕਰਕੇ ਤੁਸੀਂ ਸੰਸਾਰ ਨਾਲ ਜੁੜ ਰਹੇ ਹੋ, ਨਾ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ। ਖੁਸ਼ ਰਹਿਣ ਦੀ ਕੋਸ਼ਿਸ਼ ਤੁਹਾਨੂੰ ਅੰਦਰ ਮਨ ਨਾਲ ਜੋੜ ਰਹੀ ਹੈ, ਪਖੰਡੀ ਬਣਾ ਰਹੀ। ਪੁਰਾਣੇ ਸਮਿਆਂ 'ਚ ਇੰਨੇ ਪਖੰਡੀ ਨਹੀਂ ਸਨ ਲੋਕ, ਉਹ ਜਦੋਂ ਖੁਸ਼ ਹੁੰਦੇ ਸਨ ਖੁਸ਼ ਹੀ ਹੋ ਜਾਂਦੇ ਸਨ। ਤੁਸੀਂ ਇਵੇਂ ਸਮਝ ਲਵੋ, ਕੋਈ ਜਿਹੜੇ ਬਿਲਕੁਲ ਦਿਹਾਤ ਦੇ ਵਿੱਚ ਰਹਿਣ ਵਾਲੇ ਲੋਕ ਹਨ, ਅਗਰ ਉਹ ਲੜਦੇ ਹੋਣ ਪਤੀ ਪਤਨੀ, ਤਾਂ ਤੁਸੀਂ ਚਲੇ ਜਾਓ ਤਾਂ ਲੜਦੇ ਹੀ ਰਹਿਣਗੇ। ਤੁਹਾਨੂੰ ਖੜ੍ਹ ਕੇ ਦੇਖਣਾ ਪਵੇਗਾ ਵੀ ਕੁਛ ਚਿਰ ਬਾਅਦ ਇਹ ਹਟਣ ਅਤੇ ਫਿਰ ਇਹਨਾਂ ਨਾਲ ਗੱਲ ਕਰੀ, ਜਾਂ ਤੁਸੀਂ ਹਟਾਓਗੇ ਉਹਨਾਂ ਨੂੰ। ਪਰ ਜਿਹੜਾ ਆਦਮੀ ਸੱਭੇ ਹੈ, ਜਿਹਨੂੰ ਤੁਸੀਂ ਕਹਿ ਦਿੰਦੇ ਹੋ, ਉਹ ਚਲਾਕ ਹੋ ਜਾਂਦਾ, ਚਤਰ ਹੋ ਜਾਂਦਾ। ਆਦਮੀ ਅੱਗੇ ਨਾਲੋਂ ਬਹੁਤ ਚਲਾਕ ਹੋ ਗਿਆ ਹੈ, ਬਹੁਤ ਚਤਰ ਹੋ ਗਿਆ ਹੈ, ਬਹੁਤ ਕੁਛ ਛੁਪਾਉਂਦਾ ਹੈ, ਆਪਣਾ ਪ੍ਰਗਟ ਨਹੀਂ ਕਰਦਾ, ਦਿਖਾਉਂਦਾ ਕੁਛ ਹੋਰ ਹੈ। ਜਿਵੇਂ ਕਹਿੰਦੇ ਨਾ, ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ, ਇੱਦਾਂ ਹੀ ਮਨੁੱਖਾਂ ਦੇ ਚਿਹਰੇ, ਅੰਦਰ ਕੁਛ ਹੋਰ ਬਾਹਰ ਕੁਛ ਹੋਰ। ਅਤੇ ਪੁਰਾਣੇ ਸਮੇਂ ਦਾ ਮਨੁੱਖ ਹੈ ਜੇ ਜ਼ਿਆਦਾ ਸਰਲ ਸੀ। ਅਤੇ ਇਸ ਕਾਰਨ ਉਹਨਾਂ ਨੂੰ ਜਿਹੜਾ ਉਪਦੇਸ਼ ਦਿੱਤਾ ਗਿਆ ਹੈ ਨਾ, ਉਹ ਸਮੇਂ ਦੇ ਮੁਤਾਬਕ ਠੀਕ ਸੀ, ਖਿਆਲ ਵਿੱਚ ਵੀ ਰੱਖਣ ਯੋਗ ਹੈ। ਅਜੋਕੇ ਸਮੇਂ 'ਚ ਅਗਰ ਬਾਬਾ ਨਾਨਕ ਜੀ ਉਪਦੇਸ਼ ਦੇਣ ਤਾਂ ਉਸ ਢੰਗ ਨਾਲ ਨਹੀਂ ਦੇਣਗੇ ਜਿਹੜੇ ਢੰਗ ਨਾਲ ਪਿੱਛੇ ਦਿੱਤਾ ਸੀ, ਕਿਉਂਕਿ ਅਜੋਕੇ ਸਮੇਂ ਦਾ ਮਨੁੱਖ ਬਹੁਤ ਵਿਚਾਰਸ਼ੀਲ ਹੋ ਗਿਆ ਹੈ, ਬਹੁਤ ਵਿਕਸਿਤ ਹੋ ਗਈ ਹੈ ਬੁੱਧੀ। ਤੁਸੀਂ ਸੋਚ ਲਓ, ਆਪ ਖਿਆਲ ਕਰੋ ਵੀ ਇਹੋ ਜਿਹੀ ਗੱਲ ਹੈ ਜਿਹੜੀ ਇਹ ਲਿਖੀ ਹੋਈ ਹੈ ਵੀ ਖੁਸ਼ ਰਹਿਣ ਵਾਸਤੇ ਕੋਈ ਪਥ ਨਹੀਂ ਹੈ, ਖੁਸ਼ ਰਹਿਣਾ ਹੀ ਪਥ ਹੈ। ਇਹ ਪੁਰਾਣੇ ਸਮੇਂ ਦੇ ਬੰਦੇ ਨੂੰ ਖਿਆਲ ਵਿੱਚ ਥੋੜ੍ਹੀ ਆਉਂਦੀ ਸੀ ਗੱਲ।
ਉੱਤੇ ਸੁਭਾਵਿਕ ਖੁਸ਼ੀ ਆਉਂਦੀ ਸੀ ਤੇ ਖੁਸ਼ ਹੋ ਲੈਂਦਾ ਸੀ, ਜਦੋਂ ਨਹੀਂ ਸੀ ਆਉਂਦੀ ਨਹੀਂ ਸੀ ਹੁੰਦਾ ਖੁਸ਼। ਪਰ ਖੁਸ਼ੀ ਰਹਿਣ ਦੀ ਕੋਸ਼ਿਸ਼ ਥੋੜ੍ਹੀ ਕਰਦਾ ਸੀ। ਤੇ ਖੁਸ਼ੀ ਨੂੰ ਪਾਉਣਾ ਹੈ ਤਾਂ ਖੁਸ਼ੀ ਰਹੀ ਜਾਓ ਬਾਹਰੋਂ। ਨਹੀਂ, ਜਿਹੜਾ ਬਾਹਰੋਂ ਦਿਖਾਵਾ ਕਰਦਾ ਹੈ ਖੁਸ਼ੀ ਦਾ, ਉਹ ਅੰਦਰ ਖੁਸ਼ ਨਹੀਂ ਹੈ। ਜਿਵੇਂ ਇੱਕ ਗਜ਼ਲ ਦੇ ਵਿੱਚ ਕਿਹਾ ਹੈ ਨਾ, इतना क्यों मुस्करा रहे हो, क्या गम है जिसे छुपा रहे हो। ਬਹੁਤੇ ਲੋਕ ਗਮ ਨੂੰ ਛੁਪਾਉਣ ਵਾਸਤੇ ਹੀ ਹੱਸਦੇ ਆ। ਹਾਸਿਆਂ ਦੇ ਵਿੱਚ ਗਮ ਛੁਪ ਜਾਂਦਾ ਹੈ, ਖੁਸ਼ੀ ਦੇ ਵਿੱਚ। ਤੁਸੀਂ ਕਿਤੇ ਪਾਰਟੀ ਪੁਲਟੀ ਚਲੇ ਜਾਓ ਤੇ ਦੁੱਖ ਭੁੱਲ ਜਾਂਦਾ ਹੈ। ਇਸੇ ਕਾਰਨ ਹੀ ਲੋਕ ਨਸ਼ਾ ਕਰਦੇ ਹਨ। ਨਸ਼ੇ ਦੇ ਵਿੱਚ ਦੁੱਖ ਭੁੱਲ ਜਾਂਦੇ, ਪਰੇਸ਼ਾਨੀਆਂ ਭੁੱਲ ਜਾਂਦੀਆਂ ਕੁਝ ਚਿਰ ਬਾਅਦ। ਤੇ ਦੁੱਖ ਪਰੇਸ਼ਾਨੀਆਂ ਭੁੱਲ ਜਾਂਦੀਆਂ ਹਨ ਕੁਝ ਚਿਰ ਵਾਸਤੇ। ਤੇ ਆਦਮੀ ਸੋਚਦਾ ਹੈ ਮੈਂ ਖੁਸ਼ ਹਾਂ, ਪਰ ਮਨ ਦੇ ਤਲ ਤੇ ਖੁਸ਼ੀ ਟਿਕੀ ਨਹੀਂ ਰਹਿੰਦੀ ਹੈ। ਇਸੇ ਕਾਰਨ ਹੀ ਕਿਹਾ ਹੈ ਵੀ ਇਹ ਨਾ ਤਾਂ ਬਾਹਰ ਸੰਸਾਰ ਦੇ ਵਿੱਚ ਖੁਸ਼ੀ ਮਿਲੇਗੀ, ਆਨੰਦ ਮਿਲੇਗਾ ਤੁਹਾਨੂੰ, ਕਿਉਂਕਿ ਬਾਹਰਲੀ ਖੁਸ਼ੀ ਵੀ ਟਿਕਾਊ ਨਹੀਂ ਹੈ, ਝੂਠੀ ਹੈ, ਸੁਪਨੇ ਦੀ ਨਿਆਈ ਹੈ, ਆਈ ਤੇ ਗਈ, ਆਉਂਦੀ ਜਾਂਦੀ ਰਹਿੰਦੀ। ਤੇ ਕੋਸ਼ਿਸ਼ ਦੁਆਰਾ ਵੀ ਤੁਸੀਂ ਕਲਾਕਾਰ ਤੇ ਹੋ ਸਕਦੇ ਹੋ, ਦਿਖਾਵਾ ਕਰ ਸਕਦੇ ਹੋ, ਪਰ ਵਾਸਤਵਿਕ ਜਿਹੜੀ ਖੁਸ਼ੀ ਹੈ ਨਾ, ਉਹ ਤੁਹਾਨੂੰ ਨਹੀਂ ਮਿਲੇਗੀ। ਵਾਸਤਵਿਕ ਖੁਸ਼ੀ ਮਿਲੇਗੀ ਬਾਹਰੋਂ, ਖੁਸ਼ੀ ਨੂੰ ਛੱਡ ਕੇ। ਸੁੱਖ ਦੇ ਨਾਲ ਸਨੇਹ ਨਹੀਂ, ਖੁਸ਼ੀ ਦੀ ਚਾਹਤ ਨਹੀਂ, ਖੁਸ਼ੀ ਦੀ ਮੰਗ ਨਹੀਂ, ਖੁਸ਼ੀ ਰਹਿਣ ਦੀ ਕੋਸ਼ਿਸ਼ ਨਹੀਂ। ਤੇ ਜਦੋਂ ਆਦਮੀ ਕੋਸ਼ਿਸ਼ ਨਹੀਂ ਕਰਦਾ ਹੈ ਬਾਹਰ ਖੁਸ਼ ਰਹਿਣ ਦੀ, ਤੇ ਫਿਰ ਧੀਰੇ ਧੀਰੇ ਆਪਣੇ ਅੰਦਰ ਆਉਣਾ ਸ਼ੁਰੂ ਹੋ ਜਾਂਦਾ ਹੈ। ਤੇ ਫਿਰ ਇਹ ਵੀ ਗੱਲ ਖਿਆਲ ਵਿੱਚ ਰੱਖਣ ਯੋਗ ਹੈ ਵੀ ਬਾਹਰਲੀ ਖੁਸ਼ੀ ਛੱਡ ਕੇ, ਸੁੱਖ ਛੱਡ ਕੇ ਇੱਕਦਮ ਅੰਦਰ ਖੁਸ਼ੀ ਨਹੀਂ ਮਿਲਦੀ ਹੈ। ਕਿਉਂਕਿ ਜਿੰਨਾ ਚਿਰ ਪੂਰੇ ਛੁੱਟਦੇ ਨਹੀਂ ਹਨ ਬਾਹਰਲੇ ਸੁੱਖ ਜਾਂ ਸੁੱਖਾਂ ਦੀ ਆਕਾਂਸ਼ਾ, ਚਾਹਤਾਂ, ਇੱਛਾਵਾਂ, ਉਹਨਾਂ ਚਿਰ ਅੰਦਰ ਆਦਮੀ ਜਾਂਦਾ ਨਹੀਂ ਹੈ। ਜਿੰਨਾ ਚਿਰ ਬਾਹਰੋਂ ਨਿਰਲੇਪ ਨਹੀਂ ਹੁੰਦਾ ਹੈ। ਸੰਸਾਰ ਵੱਲੋਂ ਤੇ ਹੋਣਾ ਵੀ ਹੈ ਨਿਰਲੇਪ, ਸੰਸਾਰਿਕ ਖੁਸ਼ੀ ਵੱਲੋਂ ਵੀ ਨਿਰਲੇਪ ਹੋਣਾ ਹੈ ਨਾ। ਸੁੱਖ ਦੁੱਖ ਜਿਹੇ ਪਰਸੇ ਨਾ ਲਿਖਿਆ ਨਾ, ਸਪਰਸ਼ ਨਹੀਂ ਕਰਦਾ, ਨਿਰਲੇਪ ਹੋ ਜਾਂਦਾ ਸੁੱਖ ਤੇ ਦੁੱਖ। ਤੇ ਦੁੱਖ ਤੋਂ ਨਿਰਲੇਪ ਹੋਣਾ ਤੇ ਤੁਸੀਂ ਚਾਹੁੰਦੇ ਹੀ ਹੋ, ਸੁੱਖ ਤੋਂ ਵੀ ਨਿਰਲੇਪ ਹੋਣਾ ਹੈ। ਹੁਣ ਦੁੱਖ ਨਹੀਂ ਤੁਸੀਂ ਚਾਹੁੰਦੇ ਹੋ, ਦੁੱਖ ਵਾਸਤੇ ਕੋਈ ਮਾਰਗ ਤੁਸੀਂ ਪੁੱਛਦੇ ਹੋ ਵੀ ਦੁਖੀ ਰਹਿਣ ਵਾਸਤੇ ਨਹੀਂ, ਖੁਸ਼ੀ ਵਾਸਤੇ ਮਾਰਗ, ਖੁਸ਼ੀ ਤੁਸੀਂ ਚਾਹੁੰਦੇ ਹੋ, ਸੁੱਖ ਚਾਹੁੰਦੇ ਹੋ। ਸੁੱਖ ਦੀ ਵਾਸ਼ਨਾ ਬਣਦੀ, ਚਾਹਤ ਬਣਦੀ, ਤੇ ਸੁੱਖ ਤੋਂ ਨਿਰਲੇਪ ਹੋਣਾ, ਸੁੱਖ ਚਾਹੁਣਾ ਨਹੀਂ ਹੈ। ਚਾਹਤ ਤੁਹਾਨੂੰ ਅਕਸਰ ਬਾਹਰ ਲੈ ਕੇ ਜਾਏਗੀ ਜਾਂ ਪਖੰਡੀ ਬਣਾਵੇਗੀ ਸੁੱਖ ਦੀ। ਤੇ ਬਾਬਾ ਨਾਨਕ ਜੀ ਕਹਿੰਦੇ ਹਨ ਵੀ ਉਹ ਜਿਹੜਾ ਸੁੱਖ ਹੈ ਨਾ, ਜਹ ਚੁੱਕ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ, ਰਾਮ ਦੀ ਸ਼ਰਨ। ਤੇ ਰਾਮ ਦੀ ਸ਼ਰਨ ਬਾਹਰ ਨਹੀਂ, ਅੰਦਰ ਲੈਣੀ। ਜਾਂ ਜਿਹਦੇ ਵਿੱਚੋਂ ਰਾਮ ਪ੍ਰਗਟ ਹੋ ਰਹੇ ਹਨ, ਜਿਹਦੇ ਵਿੱਚੋਂ ਥੋੜ੍ਹੀ ਜਿਹੀ ਰਾਮ ਦੀ ਝਲਕ ਮਿਲਦੀ। ਜਿਹੜਾ ਬਾਹਰ ਖੁਸ਼ੀ ਦਿਖਾਲਦਾ ਨਹੀਂ ਹੈ, ਨਾ ਹੀ ਕਹਿੰਦਾ ਹੈ ਵੀ ਬਾਹਰ ਖੁਸ਼ੀ ਦਾ ਕੋਈ ਮਾਰਗ ਹੈ, ਕਿਸੇ ਮਾਰਗ 'ਤੇ ਚੱਲ ਤੇ ਕੇ ਖੁਸ਼ੀ ਮਿਲੇਗੀ।
ਨਹੀਂ, ਜਿਹੜਾ ਦੱਸ ਰਿਹਾ ਹੈ ਖੁਸ਼ੀ ਤੁਹਾਡੇ ਅੰਦਰ ਹੀ ਹੈ। ਤੋ ਉਹ ਅੰਦਰ ਨੂੰ ਜਾਣ ਵਾਸਤੇ ਬਾਹਰ ਨੂੰ ਨਿਰਲੇਪ ਹੋਣਾ ਪਵੇਗਾ। ਜੈਸੇ ਜਲ ਮਹਿ ਕਮਲ ਨਿਰਾਲ ਮਿਰਗਾਈ ਨੈਸਾ, ਸ਼ਬਦ ਸੁਰਤ ਭਵ ਸਾਗਰ ਤਰੀ। ਦੇਖੋ, ਉਹਨਾਂ ਨੇ ਪਹਿਲਾਂ ਨਿਰਲੇਪ ਹੋਣ ਵਾਸਤੇ ਕਿਹਾ ਹੈ, ਫਿਰ ਸ਼ਬਦ ਦੇ ਵਿੱਚ ਸੁਰਤ ਲਾਉਣ ਵਾਸਤੇ ਕਿਹਾ ਹੈ ਵੀ ਪਹਿਲਾਂ ਨਿਰਲੇਪ ਹੋਣਾ ਹੈ ਸੰਸਾਰ ਵੱਲੋਂ। ਜਿਵੇਂ ਪਾਣੀ ਦੇ ਵਿੱਚ ਰਹਿੰਦਿਆਂ ਹੋਏ ਕਮਲ ਫੁੱਲ ਭਿੱਜਦਾ ਨਹੀਂ, ਜਾਂ ਇੱਕ ਪੰਛੀ ਹੈ ਉਹ ਪਾਣੀ ਦੇ ਵਿੱਚ ਡੁਬਕੀਆਂ ਮਾਰਦਾ ਰਹਿੰਦਾ, ਖੰਭ ਨਹੀਂ ਭਿੱਜਦੇ, ਸਪਰਸ਼ ਹੀ ਨਹੀਂ ਕਰਦੇ। ਇੱਦਾਂ ਹੀ ਜਿਹੜਾ ਸੰਸਾਰ ਤੋਂ ਨਿਰਲੇਪ ਹੋ ਜਾਂਦਾ ਹੈ, ਨਾ ਉਹਨੂੰ ਖੁਸ਼ੀ ਦੀ ਕੋਈ ਚਾਹਤ ਹੈ, ਨਾ ਖੁਸ਼ੀ ਵੱਲ ਨੂੰ ਜਾ ਰਿਹਾ ਹੈ, ਨਾ ਖੁਸ਼ੀ ਦੀ ਡਿਮਾਂਡ ਹੈ, ਮੰਗ ਹੈ, ਨਾ ਖੁਸ਼ੀ ਦਿਖਾ ਰਿਹਾ ਹੈ, ਨਾ ਦੁੱਖਾਂ ਦੇ ਵਿੱਚ ਦੁਖੀ ਹੋ ਰਿਹਾ ਹੈ, ਪਰੇਸ਼ਾਨ ਹੋ ਰਿਹਾ। ਨਿਰਲੇਪ ਹੈ, ਨਿਰਲੇਪ ਹੋਣਾ ਹੈ ਪਹਿਲਾਂ। ਪਰ ਕਈ ਹੱਠ ਕਰਕੇ ਵੀ ਐਸਾ ਕਰ ਲੈਂਦੇ ਹਨ ਵੀ ਦੁੱਖ ਦੇ ਵਿੱਚ ਦੁਖੀ ਨਹੀਂ ਹੋਣਾ। ਜਿਵੇਂ ਮੈਂ ਕਿਹਾ ਹੈ ਨਾ, ਖੁਸ਼ੀ ਦਿਖਾਲਣੀ ਹੈ, ਤੇ ਕਈ ਦਿਖਾਲਦੇ ਹਨ, ਪ੍ਰਗਟ ਕਰਦੇ ਹਨ ਖੁਸ਼ੀ। ਨਹੀਂ, ਜਿਹੜਾ ਨਿਰਲੇਪ ਹੈ ਨਾ, ਉਹਨੂੰ ਪ੍ਰਗਟ ਕਰਨ ਦੀ ਵੀ ਨਹੀਂ ਲੋੜ ਹੁੰਦੀ। ਉਹ ਸੁਭਾਵਿਕ ਹੁੰਦਾ ਹੈ, ਸਹਿਜ ਹੁੰਦਾ ਹੈ। ਤੇ ਪਹਿਲਾਂ ਨਿਰਲੇਪ ਹੋਣਾ ਹੈ। ਇਸੇ ਕਾਰਨ ਹੀ ਬਾਬੇ ਨਾਨਕ ਨੇ ਪਹਿਲੀ ਪੰਕਤੀ 'ਚ ਕਿਹਾ, ਜੈਸੇ ਜਲ ਮੇ ਕਮਲ ਨਿਰਾਲ। ਪਹਿਲਾਂ ਨਿਰਾਲਮ ਹੋਣਾ ਹੈ, ਨਿਰਲੇਪ ਹੋਣਾ ਹੈ, ਉਸ ਤੋਂ ਬਾਅਦ ਸ਼ਬਦ ਦੇ ਵਿੱਚ ਸੁਰਤ ਲੱਗੀ। ਇਹੋ ਹੀ ਕਿਹਾ ਜਾ ਰਿਹਾ ਹੈ ਨਾ, ਸੰਸਾਰ ਤੋਂ ਨਿਰਲੇਪ ਹੋਣਾ ਹੈ। ਹਾਂ, ਜਿਹੜੀਆਂ ਖੁਸ਼ੀਆਂ ਤੁਸੀਂ ਚਾਹ ਰਹੇ ਹੋ ਆਪਣਿਆਂ ਕੋਲ, ਇਹਨਾਂ ਤੋਂ ਨਿਰਲੇਪ ਹੋਣਾ। ਆਪਣੇ ਤੁਹਾਨੂੰ ਖੁਸ਼ੀ ਨਹੀਂ ਦੇ ਸਕਦੇ, ਨਾ ਪਰਿਵਾਰਕ ਮੈਂਬਰ ਖੁਸ਼ੀ ਦੇ ਸਕਦੇ, ਕੋਈ ਖੁਸ਼ੀ ਨਹੀਂ ਦੇ ਸਕਦਾ। ਪਰ ਤੁਸੀਂ ਖਿਆਲ ਕਰਦੇ ਵੀ ਖੁਸ਼ ਰੱਖਣਗੇ, ਖੁਸ਼ੀ ਦੇਣਗੇ, ਪਰ ਉਹਨਾਂ ਦੁੱਖ ਵੀ ਦਿੰਦੇ ਹਨ ਨਾਲ ਨਾਲ, ਜਿੰਨੀ ਕੁ ਖੁਸ਼ੀ ਦੇਣਗੇ। ਅਤੇ ਅੰਤ ਸਮੇਂ ਫਿਰ ਇਹ ਦੁਖੀ ਵੀ ਬਹੁਤ ਕਰਨਗੇ, ਕਿਉਂਕਿ ਛੱਡ ਕੇ ਜਾਣਾ ਪਵੇਗਾ ਜਿਨ੍ਹਾਂ ਨੇ ਖੁਸ਼ੀ ਦਿੱਤੀ। ਫਿਰ ਤੜਫੋ। ਅਤੇ ਬਾਹਰ ਇਹਨਾਂ ਕੋ ਖੁਸ਼ੀਆਂ ਨਾ ਚਾਹੋ। ਬਾਹਰ ਕਿਤੋਂ ਵੀ ਖੁਸ਼ੀ ਦੀ ਮੰਗ ਨਾ ਕਰੋ। ਅਗਰ ਬਾਹਰ ਹੀ ਤੁਸੀਂ ਖੁਸ਼ੀ ਦੀ ਮੰਗ ਕਰਦੇ ਰਹੇ ਵੀ ਇਹੋ ਹੀ ਖੁਸ਼ੀ ਰੱਖਣਗੇ ਪਰਿਵਾਰਕ ਮੈਂਬਰ ਹੀ, ਇਹ ਸੰਸਾਰ 'ਚ ਖੁਸ਼ ਰਹਿਣਾ ਹੈ, ਜਾਂ ਧਨ ਪੈਸਾ ਜ਼ਿਆਦਾ ਹੋਵੇ ਤਾਂ ਖੁਸ਼ ਰਹੂ, ਨਹੀਂ, ਫਿਰ ਤੁਸੀਂ ਨਿਰਲੇਪ ਨਹੀਂ ਹੋਏ। ਜਿਹੜਾ ਨਿਰਲੇਪ ਹੋ ਜਾਂਦਾ ਹੈ ਨਾ, ਉਹ ਬਾਹਰ ਸੰਸਾਰ ਵੱਲੋਂ ਮੁੱਖ ਮੋੜ ਲੈਂਦਾ ਹੈ। ਕਹਿੰਦਾ ਇੱਧਰ ਖੁਸ਼ੀ ਮਿਲ ਹੀ ਨਹੀਂ ਸਕਦੀ, ਕਿਸੇ ਨੂੰ ਮਿਲੀ ਨਹੀਂ ਅੱਜ ਤੱਕ। ਅਗਰ ਮਿਲ ਹੀ ਗਈ ਹੁੰਦੀ ਤਾਂ ਪਰਮਾਤਮਾ ਵਿਅਰਥ ਹੋ ਜਾਂਦਾ। ਜਿਨ੍ਹਾਂ ਨੇ ਜਾਣਿਆ ਵੀ ਇੱਥੇ ਮਿਲ ਹੀ ਨਹੀਂ ਸਕਦੀ, ਤਾਂ ਉਹ ਫਿਰ ਸੰਸਾਰ ਵੱਲੋਂ ਹਟੇ ਹਨ, ਬੇਮੁਖ ਹੋਏ ਹਨ, ਪਰਮਾਤਮਾ ਵੱਲ ਉਨਮੁਖ ਹੋਏ, ਨਿਰਲੇਪ ਹੋਏ ਸੰਸਾਰ ਵੱਲੋਂ ਕਹਿ ਲਓ। ਤਾਂ ਪਹਿਲਾਂ ਨਿਰਲੇਪ ਹੋਣਾ ਹੈ। ਅਤੇ ਅਗਰ ਸ਼ਬਦ ਵਿੱਚ ਵੀ ਸੁਰਤ ਲਾਉਣੀ ਹੈ, ਤੁਸੀਂ ਅੰਦਰ ਵਿਸ਼ਰਾਮ 'ਚ ਵੀ ਜਾਣਾ ਹੈ, ਤਾਂ ਵੀ ਤੁਹਾਨੂੰ ਨਿਰਲੇਪ ਹੋਣਾ ਪਵੇਗਾ। ਦੇਖੋ, ਬਾਬੇ ਨਾਨਕ ਨੇ ਸਾਫ਼ ਅਤੇ ਸਪਸ਼ਟ ਲਿਖਿਆ। ਲੋਕ ਸੋਚ ਲੈਂਦੇ ਹਨ ਵੀ ਮੈਂ ਸੰਸਾਰ ਛੱਡਣ ਵਾਸਤੇ ਕਹਿ ਰਿਹਾ। ਨਹੀਂ, ਮੈਂ ਛੱਡਣ ਵਾਸਤੇ ਨਹੀਂ ਕਹਿ ਰਿਹਾ। ਮੈਂ ਤਾਂ ਐਸਾ ਹੁਣ ਕਿਸੇ ਨੂੰ ਸੰਨਿਆਸੀ ਥੋੜ੍ਹੀ ਬਣਾ ਰਿਹਾ ਹਾਂ ਇੱਥੇ ਵੀ ਘਰ ਬਾਰ ਛੱਡ ਦਿਓ, ਅਤੇ ਨਾ ਹੀ ਮੈਂ ਕਹਿ ਰਿਹਾ ਹਾਂ ਵੀ ਸੰਸਾਰੀ ਬਣ ਦਿਓ। ਇਸ ਕਰਕੇ ਮੇਰੀ ਗੱਲ ਸਮਝ ਵਿੱਚ ਨਹੀਂ ਆਉਂਦੀ ਹੈ ਲੋਕਾਂ, ਕਿਉਂਕਿ ਮੈਂ ਕਿਸੇ ਦੀ ਧਾਰਨਾ ਲੈ ਕੇ ਥੋੜ੍ਹੀ ਚੱਲ ਰਿਹਾ ਹਾਂ। ਮੇਰਾ ਕੋਈ ਸਿਧਾਂਤ ਥੋੜ੍ਹੀ ਹੈ, ਨਹੀਂ, ਜੋ ਮੈਂ ਜਾਣਿਆ ਹੈ ਉਸੇ ਢੰਗ ਨਾਲ ਤੁਹਾਨੂੰ ਸਮਝਾ ਰਿਹਾ ਹਾਂ। ਵੀ ਨਾ ਤਾਂ ਜਿਹੜੇ ਛੱਡ ਕੇ ਗਏ ਸਨ ਉਹਨਾਂ ਦਾ ਸੁੱਟਿਆ ਸੀ ਸੰਸਾਰ, ਜਿਨ੍ਹਾਂ ਸੰਨਿਆਸੀ ਬਹੁਤ ਹੋਏ,
ਅਜੋਕੇ ਸਮੇਂ 'ਚ ਵੀ ਹੈ, ਉਹ ਵੀ ਫਸੇ ਹੋਏ ਆ। ਅਤੇ ਨਾ ਗ੍ਰਸਤ 'ਚ ਰਹਿ ਕੇ ਸੰਸਾਰ ਛੁੱਟਦਾ ਹੈ, ਛੁੱਟ ਰਿਹਾ ਹੈ ਧਾਰਮਿਕ ਲੋਕਾਂ ਦਾ, ਤਾਂ ਉੱਦਾਂ ਹੀ ਫਸੇ ਹੋਏ ਹਨ। ਅਤੇ ਸਿੱਖ ਸੋਚਦੇ ਹਨ ਬਾਬੇ ਨਾਨਕ ਨੇ ਗ੍ਰਸਤ 'ਚ ਰਹਿਣ ਦਾ ਹੀ ਉਪਦੇਸ਼ ਦਿੱਤਾ ਹੈ। ਨਹੀਂ, ਉਹਨਾਂ ਨੇ ਕਿਹਾ, ਐਸਾ ਵੀ ਕਿਹਾ ਹੈ, ਗ੍ਰਸਤ ਕੁਟੁੰਬ ਮੋਹ ਕਾ ਫਾਸਾ, ਹੁਣ ਨਾ ਪਾਈਏ ਰਾਮ ਕੇ ਦਾਸ, ਵੀ ਮੋਹ ਦੀ ਫਾਸੀ ਹੈ, ਰਾਮ ਦੇ ਦਾਸ ਹੋਣਾ ਔਖਾ। ਹਾਂ, ਹੋ ਸਕਦੇ ਹਨ ਕਈ ਗ੍ਰਸਤ ਦੇ ਵਿੱਚ, ਐਸਾ ਨਹੀਂ ਹੋ ਸਕਦੇ। ਇਸੇ ਕਰਕੇ ਮੈਂ ਕਹਿ ਰਿਹਾ ਹਾਂ ਵੀ ਤੁਸੀਂ ਰਹਿਣਾ ਹੈ ਸੰਸਾਰ 'ਚ ਅਤੇ ਨਹੀਂ ਰਹਿਣਾ ਹੈ, ਐਸਾ ਨਾ ਸੋਚੋ। ਤੁਸੀਂ ਸਿਰਫ ਨਿਰਲੇਪ ਹੁੰਦੇ ਜਾਓ, ਬਾਹਰ ਉਸ ਸੰਸਾਰ ਨੂੰ ਛੱਡਦੇ ਜਾਓ, ਧਿਆਨ ਹਟਾਉਂਦੇ ਜਾਓ ਆਸਤੇ ਆਸਤੇ। ਅਤੇ ਹੋ ਸਕਦਾ ਹੈ ਕੁਛ ਕੁ ਐਸੇ ਗੁਰਮੁਖ ਪਿਆਰੇ ਵੀ ਹੋਣ ਜਿਹੜੇ ਸੰਸਾਰ ਦੇ ਵਿੱਚ ਰਹਿੰਦਿਆਂ ਹੋਏ ਨਿਰਲੇਪ ਹੋ ਜਾਣ, ਹੋ ਸਕਦਾ, ਪਰ ਕਠਿਨ ਹੋਵੇਗਾ ਸੰਸਾਰ 'ਚ ਰਹਿੰਦਿਆਂ ਹੋਏ ਨਿਰਲੇਪ ਹੋਣ, ਕਿਉਂਕਿ ਚਾਰ ਚੁਫੇਰੇ ਸੰਸਾਰ ਦਾ ਆਕਰਸ਼ਣ ਹੈ ਬਹੁਤ ਜ਼ਿਆਦਾ। ਪਰ ਫਿਰ ਵੀ ਕੋਈ ਨਿਰਲੇਪ ਹੋ ਸਕਦਾ ਹੈ, ਪਰ ਨਿਰਲੇਪ ਤਾਂ ਹੋਣਾ ਪਵੇਗਾ। ਅਗਰ ਸ਼ਬਦ ਦੇ ਵਿੱਚ ਸੁਰਤ ਵੀ ਜੋੜਨੀ ਹੈ ਤਾਂ ਵੀ ਨਿਰਲੇਪ ਹੋਣਾ ਪਵੇਗਾ। ਜੇ ਪ੍ਰੇਮ ਦੇ ਮਾਰਗ 'ਤੇ ਜਾਣਾ ਹੈ ਤਾਂ ਵੀ ਛੱਡਣਾ ਪਵੇਗਾ। ਜਾਂ ਤਾਂ ਨਿਰਲੇਪ ਹੋਣਾ ਹੈ ਜਾਂ ਛੱਡਣਾ ਹੈ, ਤਿਆਗਣਾ ਹੈ। ਅਤੇ ਉਹ ਇਹ ਗੱਲ ਕਹਿ ਰਿਹਾ ਹਾਂ ਜੋ ਬਾਬੇ ਨਾਨਕ ਨੇ ਉਸ ਸਮੇਂ ਕਹੀ ਸੀ, ਪਰ ਅਜੋਕੇ ਸਮੇਂ ਦੇ ਹਿਸਾਬ ਨਾਲ। ਅਤੇ ਮੈਂ ਨਾ ਤਾਂ ਕਹਿ ਰਿਹਾ ਹਾਂ ਛੱਡੋ ਸੰਸਾਰ ਨੂੰ, ਨਾ ਹੀ ਕਹਿ ਰਿਹਾ ਪਕੜੋ ਸੰਸਾਰ ਨੂੰ। ਮੈਂ ਕਹਿ ਰਿਹਾ ਨਿਰਲੇਪ ਹੋ ਜਾਓ। ਨਿਰਲੇਪ ਹੋ ਜਾਓਗੇ, ਸ਼ਬਦ ਵਿੱਚ ਸੁਰਤ ਜੁੜੇਗੀ ਅਤੇ ਤੁਸੀਂ ਅੰਤਰਮੁਖ ਹੋ ਜਾਓਗੇ। ਅਤੇ ਉਸ ਸੁੱਖ ਨੂੰ, ਉਸ ਖੁਸ਼ੀ ਨੂੰ, ਸਦੀਵੀ ਨੂੰ ਜਾਣ ਲਵੋਗੇ ਆਪਣੇ ਅੰਦਰ। ਭਗਤ ਜਨਾਂ ਕੇ ਮਨ ਬਿਸਰਾਮ।